ਪੰਜਾਬੀ ਏਕਤਾ ਨਾਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੁਣ ਤੱਕ ਦੀ ਵੱਡੀ ਖਬਰ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬਿਜਲੀ ਬਿੱਲਾਂ ਨੂੰ ਲੈ ਕੇ ਵੱਡਾ ਐਲਾਨ ਕੀਤਾ ਗਿਆ ਹੈ। ਉਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ 31 ਦਸੰਬਰ ਤੋਂ ਪਹਿਲਾਂ ਦੇ ਸਾਰੇ ਬਿਜਲੀ ਬਿੱਲ ਮੁਆਫ ਹੋਣਗੇ, ਭਾਵੇਂ ਉਸ ਦਾ 1 ਕਿਲੋਵਾਟ ਦਾ ਲੋਡ ਹੈ ਜਾਂ 10 ਕਿਲੋਵਾਟ ਦਾ। 31 ਦਸੰਬਰ 2021 ਤੱਕ ਸਾਰੇ ਬਕਾਇਆ ਬਿੱਲ ਮੁਆਫ ਕੀਤੇ ਜਾਣਗੇ। ਹਰ ਕੈਟਾਗਰੀ ਦੇ ਬਿਜਲੀ ਦੇ ਬਿੱਲ ਪੰਜਾਬ ਸਰਕਾਰ ਵੱਲੋਂ ਮੁਆਫ ਕੀਤੇ ਗਏ ਹਨ। ਜ਼ਿਕਰ ਹੈ ਕਿ ਪੰਜਾਬ ਸਰਕਾਰ ਵੱਲੋਂ 1 ਜੁਲਾਈ ਤੋਂ 600 ਯੂਨਿਟ ਮੁਫਤ ਬਿਜਲੀ ਦੀ ਸ਼ੁਰੂਆਤ ਵੀ ਕਰ ਦਿੱਤੀ ਗਈ ਹੈ। ਪੰਜਾਬ ਦੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਲਗਾਤਾਰ ਐਕਸ਼ਨ ਵਿੱਚ ਦਿਖਾਈ ਦੇ ਰਹੀ ਹੈ ਤੇ ਹੁਣ ਸੂਬੇ ਵਿੱਚ ਪੰਚਾਇਤ ਅਤੇ ਸਰਕਾਰੀ ਜ਼ਮੀਨ ਤੇ ਕਬਜ਼ਾ ਛੁਡਵਾ ਕੇ ਸਰਕਾਰੀ ਮਾਲੀਏ ਵਿੱਚ ਵਾਧੇ ਦੀ ਸੰਭਾਵਨਾ ਤਲਾਸ਼ ਰਹੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੰਨ ਲਿਆ ਹੈ ਕਿ ਇਸ ਕੰਮ ਨੂੰ ਅਸਲੀ ਜਾਮਾ ਪਹਿਨਾਉਣ ਲਈ ਇੱਕ ਪੂਰੀ ਨੀਤੀ ਬਣਾਈ ਜਾ ਰਹੀ ਹੈ। ਇਸ ਨੂੰ ਲੈ ਕੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਰਕਾਰ ਦਾ ਮਕਸਦ ਕਿਸੇ ਨੂੰ ਉਜਾੜਨਾ ਨਹੀਂ ਹੈ, ਬਲਕਿ ਪਹਿਲਾਂ ਨਜਾਇਜ਼ ਕਬਜ਼ਿਆਂ ਨੂੰ ਛੁਡਵਾਉਣਾ ਅਤੇ ਸਰਕਾਰੀ ਖਜ਼ਾਨੇ ਨੂੰ ਵਧਾਉਣਾ ਹੈ। ਛੱਪੜਾਂ ਤੇ ਸ਼ਾਮਲਾਟ ਜ਼ਮੀਨਾਂ ਜਾਂ ਸਰਕਾਰੀ ਜ਼ਮੀਨ ਤੇ ਕਈ ਦਹਾਕਿਆਂ ਤੋਂ ਚੱਲ ਰਹੇ ਨਜਾਇਜ਼ ਕਬਜ਼ਿਆਂ ਨੂੰ ਹਟਾਉਣ ਜਾਂ ਉਹਨਾਂ ਨੂੰ ਨਿਯਮਿਤ ਕਰਨ ਲਈ ਇੱਕ ਪੂਰਨ ਨੀਤੀ ਬਣਾਈ ਜਾ ਰਹੀ ਹੈ, ਜੋ ਜਲਦ ਹੀ ਜਾਰੀ ਹੋਵੇਗੀ। ਮਨੀ ਲਾਂਡਰਿੰਗ ਮਾਮਲੇ ਵਿੱਚ ਫਸੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਂਜੇ ਭੁਪਿੰਦਰ ਸਿੰਘ ਹਣੀ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਹਾਈ ਕੋਰਟ ਨੇ ਭੁਪਿੰਦਰ ਸਿੰਘ ਹਣੀ ਨੂੰ ਰੈਗੂਲਰ ਜ਼ਮਾਨਤ ਦੇ ਦਿੱਤੀ ਹੈ। ਭੁਪਿੰਦਰ ਸਿੰਘ ਹਣੀ ਵੱਲੋਂ ਰੈਗੂਲਰ ਜ਼ਮਾਨਤ ਦੀ ਮੰਗ ਨੂੰ ਲੈ ਕੇ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ ਤੇ ਹਾਈ ਕੋਰਟ ਨੇ ਦੋਹਾਂ ਧਿਰਾਂ ਨੂੰ ਸੁਣਨ ਤੋਂ ਬਾਅਦ ਬੀਤੇ ਦਿਨੀ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਅੱਜ ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ ਦੌਰਾਨ ਭੁਪਿੰਦਰ ਸਿੰਘ ਹਣੀ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਮਨੀ ਲਾਂਡਰਿੰਗ ਅਤੇ ਗੈਰ ਕਾਨੂੰਨੀ ਮਾਈਨਿੰਗ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਭੁਪਿੰਦਰ ਸਿੰਘ ਹਣੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ, ਜਿਸ ਤੋਂ ਬਾਅਦ ਭੁਪਿੰਦਰ ਸਿੰਘ ਹਣੀ ਵੱਲੋਂ ਹਾਈ ਕੋਰਟ ਦਾ ਰੁਖ ਕੀਤਾ ਗਿਆ ਸੀ। काफ़ी देर बाद मुलाकात हुई है। बजट सैशन भी आया, उस तो पहला संगरूर लोक सभा सीट की चर्चा हुई है, सो विचार करांगे ते ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਫੈਸਲੇ ਲੈਣੇ ਨੇ ਸਰਕਾਰ ਨੇ ਉਹਨਾਂ ਬਾਰੇ ਵੀ ਚਰਚਾ। ਭਾਜੀ ਇੱਕ ਵੱਡੀ ਸੌਗਾਤ ਪੰਜਾਬ ਨੂੰ ਦਿੱਤੀ ਹੈ 300 ਯੂਨਿਟ ਦੀ ਅੱਜ ਤੋਂ ਜੀ, ਉਸ ਨੂੰ ਲੈ ਕੇ ਵਿਚਾਰ ਗੱਲ ਹੋਈ, ਦੱਸਿਆ ਤੁਸੀਂ ਸੀਐਮ ਸਾਹਿਬ ਨੂੰ? ਜੀ ਅੱਜ ਤੋਂ ਪੰਜਾਬ ਨੂੰ 300 ਯੂਨਿਟ ਫ੍ਰੀ ਬਿਜਲੀ ਮਿਲੂਗੀ। ਹੋ ਸਕਦਾ ਹੈ ਮਈ ਜਾਂ ਜੂਨ ਦਾ ਕੋਈ ਬਿੱਲ ਪੁਰਾਣਾ ਆ ਜੇ, ਪਰ ਜੋ ਅੱਜ ਤੋਂ ਇਸਤੇਮਾਲ ਹੋਊਗੀ 300 ਯੂਨਿਟ ਪਰ ਮੰਥ ਉਹਦਾ ਬਿੱਲ ਨਹੀਂ ਆਊਗਾ। ਤੇ ਨਾਲ ਨਾਲ ਮੈਨੂੰ ਇਹ ਦੱਸਦਿਆਂ ਵੀ ਬੜੀ ਖੁਸ਼ੀ ਹੋ ਰਹੀ ਹੈ ਕਿ ਇਸ ਵਾਰ ਬਿਜਲੀ ਖੇਤੀ ਵਾਲੀ ਜਿਹੜੀ ਹੈ ਝੋਨੇ ਵਾਲੀ, ਉਹਦੇ ਸੰਬੰਧੀ ਇੱਕ ਵੀ ਸ਼ਿਕਾਇਤ ਨਹੀਂ ਆਈ ਕਿ 8 ਘੰਟੇ ਨਹੀਂ ਆਈ ਜੀ, 2 ਘੰਟੇ ਆਈ ਹੈ ਜੀ, ਕੱਟ ਲੱਗ ਗਿਆ ਜੀ, 10-10 ਘੰਟੇ, 12-12 ਘੰਟੇ, 15-15 ਘੰਟੇ ਦੀ ਬਿਜਲੀ ਆਈ ਹੈ। ਸੋ ਕਿਸਾਨ ਇਸ ਗੱਲੋਂ ਬਹੁਤ ਖੁਸ਼ ਨੇ। ਮੈਂ ਆਪਣੇ ਪਿੰਡ ਜਦ ਵੀ ਦੋਸਤਾਂ ਮਿੱਤਰਾਂ ਨਾਲ ਗੱਲ ਕਰਦਾ ਰਹਿਣਾ, ਮੈਂ ਇਕੱਲੇ ਅਫਸਰਾਂ ਤੇ ਡਿਪੈਂਡੈਂਟ ਨਹੀਂ। ਸੋ ਇਸ ਵਾਰ ਝੋਨੇ ਦਾ ਜਿਹੜਾ ਸੀਜ਼ਨ ਹੁਣ ਤਾਂ ਪ੍ਰੀ ਮੌਨਸੂਨ ਆ ਗਿਆ, ਮੌਨਸੂਨ ਵੀ ਆ ਜਾਊਗਾ। ਤੇ ਇੱਕ ਮੈਂ ਮੇਰੇ ਕੋਲ ਬਹੁਤ ਸਾਰੇ ਫੋਨ ਆਏ, ਕੋਈ ਅਫਵਾਹ ਸੀਗੀ ਕਿ ਸ਼ਾਇਦ 2 ਕਿਲੋਵਾਟ ਵਾਲਿਆਂ ਦੀ ਮਾਫ ਕਰਨਗੇ ਬਿਜਲੀ ਬਿੱਲ। 31 ਦਸੰਬਰ ਤੋਂ ਪਹਿਲਾਂ ਦੇ ਜਿੰਨੇ ਮਰਜ਼ੀ ਕਿਲੋਵਾਟ ਹੈ ਉਹਨਾਂ ਸਾਰਿਆਂ ਦੇ ਬਿੱਲ ਮਾਫ ਹੋਣਗੇ, ਸਾਰਿਆਂ ਦੇ ਬਿੱਲ ਮਾਫ ਹੋਣਗੇ। ਕੋਈ 2 ਕਿਲੋਵਾਟ, 1 ਕਿਲੋਵਾਟ, 4 ਕਿਲੋਵਾਟ, 5 ਕਿਲੋਵਾਟ। ਭਾਈ ਪਲੇਠਾ ਬਜਟ ਸੀ ਐਤਕੀ, ਤੁਹਾਡਾ ਪਹਿਲਾ ਬਜਟ ਸੀ, ਬਜਟ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਇਹ ਕਿਹਾ ਜਾ ਰਿਹਾ ਸੀ ਕਿ ਬਜਟ ਬਹੁਤ ਚੰਗਾ ਆਇਆ, ਲੇਕਿਨ ਵਿਪਕਸ਼ ਸਵਾਲ ਚੁੱਕ ਰਿਹਾ ਕਿ ਪੈਸਾ ਕਿੱਥੋਂ ਆਏਗਾ, ਸੂਬੇ ਦਾ ਖਜ਼ਾਨਾ ਖਾਲੀ ਹੈ। ਕੱਲ ਤੁਹਾਡੀ ਖਾਸੀ ਬਹਿਸ ਹੋਈ ਪੈਨਸ਼ਨ ਨੂੰ ਲੈ ਕੇ ਬਾਜਵਾ ਸਾਹਿਬ ਦੇ ਨਾਲ। ਇਸੇ ਨੂੰ ਦੇਖੋ ਪੈਸਾ ਆਊਗਾ, ਪੈਸਾ ਅਸੀਂ ਲੀਕੇਜ ਦੇ ਵਿੱਚੋਂ ਲੈ ਕੇ ਆ ਰਹੇ ਹਾਂ। ਪੈਸਾ ਅਸੀਂ ਐਕਸਾਈਜ਼ ਪਾਲਿਸੀ ਬਣਾਈ ਹੈ, 3400 ਕਰੋੜ ਰੁਪਇਆ ਵਾਧਾ ਹੋਊਗਾ। ਮਾਈਨਿੰਗ 'ਚੋਂ ਪੈਸਾ ਬਹੁਤ ਜ਼ਿਆਦਾ ਵਾਧਾ ਹੋਊਗਾ। ਟਰਾਂਸਪੋਰਟ ਪਾਲਿਸੀ ਬਣ ਰਹੀ ਹੈ, ਪੈਸਾ ਆਊਗਾ। ਕੁਝ ਪੈਸਾ ਜਿਹੜੇ ਪੁੱਛ ਰਹੇ ਨੇ ਕਿ ਪੈਸਾ ਕਿੱਥੋਂ ਆਊਗਾ, ਕੁਝ ਪੈਸਾ ਉਹਨਾਂ ਕੋਲੇ ਵੀ ਪਿਆ, ਉਹਨਾਂ ਤੋਂ ਵੀ ਕਢਵਾਇਆ ਜਾਊਗਾ ਖਜ਼ਾਨੇ ਦਾ ਪੈਸਾ। ਸਰਕਾਰੀ ਜ਼ਮੀਨਾਂ ਛਡਾਈਆਂ ਨੇ ਜਿਹੜੀਆਂ ਰਸੂਖਦਾਰ ਬੰਦੇ ਦੱਬੀ ਬੈਠੇ ਸੀਗੇ। ਸੋ ਪੈਸਾ ਆਊਗਾ, ਜਿਉਂ ਪੈਸਾ ਆਊਗਾ ਲੋਕਾਂ ਤੇ ਲਾਇਆ ਜਾਊਗਾ। ਭਾਈ ਮੁਲਾਜ਼ਮ ਬੜੇ ਨਾਰਾਜ਼ ਨੇ, ਕਹਿੰਦੇ ਨੇ ਕਿ ਜਿਹੜਾ ਡੀਏ ਅਜੇ ਤੱਕ ਉਹਨਾਂ ਨੂੰ ਨਹੀਂ ਮਿਲਿਆ, ਉਹਨਾਂ ਦੀ ਡੀਏ ਦੀ ਮੰਗ ਜਿਹੜੀ ਸਭ ਕੁਝ ਮਿਲੂਗਾ, ਸਭ ਕੁਝ ਮਿਲੂਗਾ। ਈਵਨ ਕੱਚੇ ਮੁਲਾਜ਼ਮ ਜਿਹੜੇ ਪੱਕੇ ਕਰਨੇ ਨੇ, ਅਸੀਂ ਮੈਂ ਕੱਲ ਵਿਧਾਨ ਸਭਾ 'ਚ ਬੋਲਿਆ, ਬਹੁਤ ਸਾਰੀਆਂ ਅੜਿੱਚਰਾਂ ਨੇ 2016 ਤੇ 2021 ਦੇ ਕਾਨੂੰਨਾਂ ਦੇ ਵਿੱਚ। ਕੁਝ ਐਸੀਆਂ ਅੜਿੱਚਰਾਂ ਨੇ ਵਿਚਾਰੇ ਹਾਈ ਕੋਰਟਾਂ ਦੇ ਚੱਕਰ ਮਾਰਦੇ ਹੀ ਥੱਕ ਜਾਣਗੇ। ਬਿੱਲ ਇੱਕ ਜਿਹੜਾ ਬਿੱਲ ਹੈ ਉਹ ਰਾਜਪਾਲ ਕੋਲ ਪੈਂਡਿੰਗ ਹੈ। ਸੋ ਅਸੀਂ ਇਹ ਸਾਰੀਆਂ ਅੜਿੱਚਰਾਂ ਕਲੀਅਰ ਕਰਕੇ ਭਾਵੇਂ स्पेशल सानू सैशन बुलाना पवे, असं सारे पक्के करें। सर मंत्रिमंडल विस्तार को लेकर कोई चर्चा की आपने? ये बारे अभी कोई चर्चा नहीं हुई। वो जो चर्चा होगी तो मैं पंजाब पद्धर से
ਆਪਣੀ ਕੈਬਨਿਟ ਨਾਲ ਬਹਿ ਕੇ ਵਿਚਾਰ ਕਰਾਂਗੇ। ਸਰ ਰਾਸ਼ਟਰਪਤੀ ਚੁਣਾਵ ਨੂੰ ਲੈ ਕੇ ਵੀ ਕੋਈ ਗੱਲਬਾਤ ਹੋਈ? ਨਹੀਂ ਰਾਸ਼ਟਰਪਤੀ ਕੈਬਨਿਟ ਮੰਤਰੀ ਹਰਜੋਤ ਬੈਂਸ ਵੱਲੋਂ ਵੀ ਟਵੀਟ ਕੀਤਾ ਗਿਆ ਹੈ। ਉਹਨਾਂ ਨੇ ਟਵੀਟ ਕਰਦਿਆਂ ਲਿਖਿਆ ਕਿ ਮੁਬਾਰਕਬਾਦ ਪੰਜਾਬ ਪਹਿਲੀ ਗਰੰਟੀ ਪੂਰੀ, ਅੱਜ ਤੋਂ ਹਰੇਕ ਪਰਿਵਾਰ ਨੂੰ 300 ਯੂਨਿਟ ਪ੍ਰਤੀ ਮਹੀਨਾ ਮੁਫਤ ਬਿਜਲੀ। ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਸ਼ੁਕਰੀਆ। ਗਰੀਬਾਂ ਤੇ ਆਮ ਲੋਕਾਂ ਨੂੰ ਪਾਵਰ ਦੇਣ ਦਾ ਕੰਮ ਸਿਰਫ ਕੇਜਰੀਵਾਲ ਜੀ ਹੀ ਮੁਮਕਿਨ ਕਰ ਸਕਦੇ ਸਨ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸੋਮਵਾਰ ਨੂੰ ਵਿਧਾਨ ਸਭਾ ਵਿੱਚ ਆਪ ਸਰਕਾਰ ਦੀ ਵਿੱਤੀ ਸਾਲ 2022-23 ਦਾ ਪਹਿਲਾ ਬਜਟ ਪੇਸ਼ ਕੀਤਾ। ਚੀਮਾ ਨੇ ਕਿਹਾ ਕਿ ਆਪ ਸਰਕਾਰ 1 ਜੁਲਾਈ ਤੋਂ ਸਾਰੇ ਨਾਗਰਿਕਾਂ ਨੂੰ ਹਰ ਮਹੀਨੇ 300 ਯੂਨਿਟ ਘਰੇਲੂ ਬਿਜਲੀ ਸਪਲਾਈ ਮੁਫਤ ਪ੍ਰਦਾਨ ਕਰਕੇ ਪੰਜਾਬ ਦੇ ਲੋਕਾਂ ਨਾਲ ਕੀਤਾ ਗਿਆ ਆਪਣਾ ਪਹਿਲਾ ਗਰੰਟੀ ਵਾਅਦਾ ਪੂਰਾ ਕਰ ਰਹੀ ਹੈ। ਕਿਸ ਨੂੰ ਇਹ ਸਹੂਲਤ ਮਿਲੇਗੀ ਤੇ ਕਿਸ ਨੂੰ ਨਹੀਂ, ਇਸ ਬਾਰੇ ਲੋਕਾਂ ਦੇ ਮਨਾਂ ਵਿੱਚ ਕਈ ਤਰ੍ਹਾਂ ਭੰਬਲ ਪੁੱਸੇ ਸਨ, ਪਰ ਹੁਣ ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਨੇ ਇਸ ਬਾਰੇ ਖੁੱਲ੍ਹ ਕੇ ਸਪਸ਼ਟੀਕਰਨ ਦਿੱਤਾ ਹੈ। ਬਿਜਲੀ ਮੰਤਰੀ ਨੇ ਦੱਸਿਆ ਕਿ ਜੇਕਰ ਅਨੁਸੂਚਿਤ ਜਾਤੀ, ਐਸਸੀ ਪਛੜੀ ਸ਼੍ਰੇਣੀ ਅਤੇ BC ਅਤੇ ਗਰੀਬੀ ਰੇਖਾ ਤੋਂ ਹੇਠਾਂ BPL ਸ਼੍ਰੇਣੀਆਂ ਦੇ ਲੋਕ 600 ਯੂਨਿਟ ਤੋਂ ਵੱਧ ਬਿਜਲੀ ਖਰਚ ਕਰਦੇ ਹਨ ਤਾਂ ਇਹ ਲਗਜ਼ਰੀ ਹੋ ਗਿਆ ਹੈ। ਉਹਨਾਂ ਨੇ ਕਿਹਾ ਕਿ ਆਮ ਵਰਗ ਦੇ ਇੱਕ ਆਮ ਗਰੀਬ ਪਰਿਵਾਰ ਲਈ 600 ਯੂਨਿਟ ਮੁਫਤ ਬਿਜਲੀ ਕਾਫੀ ਹੈ। ਸਰਕਾਰ ਦਾ ਸਭ ਤੋਂ ਪਹਿਲਾਂ ਧੰਨਵਾਦੀ ਹਾਂ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦਾ, ਚੀਮਾ ਸਾਹਿਬ ਹੋਰਾਂ ਦਾ, ਕਿ ਉਹਨਾਂ ਨੇ ਪੰਜਾਬੀ ਯੂਨੀਵਰਸਿਟੀ ਵਾਸਤੇ 200 ਕਰੋੜ ਰੁਪਇਆ ਰੱਖਿਆ। ਹਾਲਾਂਕਿ ਉਹਨਾਂ ਨੇ ਇਹ ਨਹੀਂ ਦੱਸਿਆ ਕਿ ਇਹਨੂੰ ਕਦ ਦੇਾਂਗੇ, ਲਮਸਮ ਦੇਾਂਗੇ ਜਾਂ ਕਿਸ਼ਤਾਂ ਨਾਲ ਜਾਂ ਸਾਲ ਦੇ ਵਿੱਚ ਦੇਾਂਗੇ, ਲੇਕਿਨ ਮੈਂ ਸਮਝਦਾ ਕਿ ਇੱਕ ਚੰਗਾ ਉਪਰਾਲਾ ਹੈ ਔਰ ਇੱਕ ਚੰਗਾ ਕਦਮ ਹੈ। ਔਰ ਇਸ ਤੋਂ ਪਹਿਲਾਂ ਵੀ ਕਾਂਗਰਸ ਪਾਰਟੀ ਦੀ ਸਰਕਾਰ ਸਮੇਂ 214 ਕਰੋੜ ਇੱਕ ਵਾਰ ਔਰ 207 ਕਰੋੜ ਇੱਕ ਵਾਰ। ਹਾਲਾਂਕਿ ਜਦੋਂ ਮੈਂ ਵਿਧਾਨ ਸਭਾ ਦੇ ਵਿੱਚ ਇਹ ਗੱਲ ਕੀਤੀ ਤਾਂ ਕਈਆਂ ਨੇ ਇਸ ਗੱਲ ਨੂੰ ਟੋਕਾ ਟੋਕੀ ਕੀਤਾ। ਇਹ ਔਨ ਰਿਕਾਰਡ ਹੈਗਾ, ਕਿਉਂਕਿ ਜਿਹੜੀ ਗੱਲ ਮੈਂ ਕਹਿ ਰਿਹਾ ਬਤੌਰ ਕਾਂਗਰਸ ਪਾਰਟੀ ਦੇ ਪ੍ਰਧਾਨ ਔਰ ਇਹ ਸਾਰੀ ਯੂਨੀਵਰਸਿਟੀ ਦੇ ਪ੍ਰੋਫੈਸਰਸ, ਵਾਈਸ ਚਾਂਸਲਰਸ, ਇਹ ਸਭ ਨੂੰ ਗੱਲ ਪਤਾ ਹੋਣੀ ਹੈ, ਕੋਈ ਇਹ ਝੂਠੀ ਗੱਲ ਨਹੀਂ ਹੈ ਜੋ ਮੈਂ ਕਹਿ ਰਿਹਾ। 214 ਕਰੋੜ ਦਿੱਤਾ, 207 ਕਰੋੜ ਦਿੱਤਾ ਤੇ ਹੁਣ ਇਹਨਾਂ ਨੇ 200 ਕਰੋੜ ਦੀ ਗੱਲ ਕੀਤੀ ਹੈ। ਔਰ ਵੱਖ-ਵੱਖ ਸਮੇਂ ਕੈਪਟਨ ਅਮਰਿੰਦਰ ਸਿੰਘ ਤੇ तमाम ਹੋਰ ਮੁੱਖ ਮੰਤਰੀ ਸਾਹਿਬਾਨ ਵੀ, ਚੰਨੀ ਸਾਹਿਬ ਵੀ ਉੱਥੇ ਜਾ ਕੇ ਆਏ ਲਾਸਟ ਸਮੇਂ। ਹਾਲਾਂਕਿ ਪਟਿਆਲਾ ਦੇ ਹੁੰਦੇ ਸੀ ਮੁੱਖ ਮੰਤਰੀ ਸਾਹਿਬ, ਲੇਕਿਨ ਉਹ ਵੀ ਜੋ ਕਰਨਾ ਚਾਹੀਦਾ ਸੀ ਯੂਨੀਵਰਸਿਟੀ ਵਾਸਤੇ ਉਹ ਨਹੀਂ ਹੋ ਸਕਿਆ। ਅਸੀਂ ਉਸ ਕਾਂਗਰਸ ਪਾਰਟੀ ਦਾ ਪਾਰਟ ਰਹੇ ਹਾਂ, ਮੈਂ ਇਸ ਗੱਲ ਦੀ ਮਾਫੀ ਮੰਗਦਾ ਹਾਂ ਤੁਹਾਡੇ ਤੋਂ ਸਾਰਿਆਂ ਤੋਂ, ਲੇਕਿਨ ਜੋ ਨਹੀਂ ਹੋ ਸਕਿਆ ਆਓ ਹੁਣ ਕਰਨ ਦੀ ਕੋਸ਼ਿਸ਼ ਕਰੀਏ। ਉਸ ਤੋਂ ਬਾਅਦ ਚੰਨੀ ਸਾਹਿਬ ਜਾ ਕੇ ਆਏ, ਲੇਕਿਨ ਚੰਨੀ ਸਾਹਿਬ ਕੋਲ ਸਮਾਂ ਬੜਾ ਘੱਟ ਸੀ। ਉਹਨਾਂ ਨੇ ਕਹਿ ਗਏ ਸੀ ਕਿ ਮੈਂ ਤੁਹਾਨੂੰ 150 ਕਰੋੜ ਰੁਪਏ ਦਾ ਜਿਹੜਾ ਲੋਨ ਹੈਗਾ ਉਹ ਵੀ ਦੇ ਦਿੰਦਾ ਹੈ ਐਂਡ 200 ਕਰੋੜ ਹੋਰ, ਜਾਣੀ ਕਿ 350 ਕਰੋੜ ਰੁਪਏ ਦੇ ਲਗਭਗ ਉਹਨਾਂ ਨੇ ਇੱਕ ਚਿੱਠੀ ਵੀ ਕੱਢੀ, ਮੰਨ ਕੇ ਆਏ। ਫਿਰ ਉਹ ਕੋਡ ਲੱਗ ਗਿਆ, ਉਹ ਦਿੱਤਾ ਨਹੀਂ ਗਿਆ। ਤੇ ਮੈਂ ਸਮਝਦਾ ਜਦੋਂ ਦਿੱਤਾ ਨਹੀਂ ਗਿਆ ਤਾਂ ਫਿਰ ਚਿੱਠੀ ਕੱਢਣ ਦਾ ਕੋਈ ਫਾਇਦਾ ਨਹੀਂ ਰਿਹਾ, ਉਹ ਚਿੱਠੀ ਵਿਚਾਲੇ ਤੁਰੀ ਫਿਰਦੀ ਹੈ। ਲੇਕਿਨ ਜਿਸ ਤਰ੍ਹਾਂ ਮੇਰੀ ਲੋਕਾਂ ਨਾਲ ਗੱਲ ਹੋਈ, ਪ੍ਰੋਫੈਸਰ ਸਾਹਿਬਾਨਾਂ ਨਾਲ ਜਾਂ ਯੂਨੀਵਰਸਿਟੀ ਦੇ ਜਿਹੜੇ ਲੋਕ ਸਨ ਜਿਹੜੇ ਉੱਥੇ ਕੰਮ ਕਰਦੇ ਆ, ਉਹਨਾਂ ਨੇ ਕਿਹਾ ਕਿ 200 ਕਰੋੜ ਰੁਪਏ ਜਿਹੜਾ ਸਰਕਾਰ ਨੇ ਸਾਨੂੰ ਦਿੱਤਾ ਹੈ, ਇਹਦੇ ਨਾਲ ਸਾਨੂੰ ਕੋਈ ਬਹੁਤਾ ਫਾਇਦਾ ਨਹੀਂ ਹੋਣਾ। ਅਸੀਂ ਧੰਨਵਾਦ ਕਰਦੇ ਹਾਂ, ਲੇਕਿਨ ਇਹਦੇ ਨਾਲ ਅਸੀਂ ਬੇਲ ਆਊਟ ਨਹੀਂ ਹੁੰਦੇ। ਜਾਣੀ ਕਿ ਜੋ ਯੂਨੀਵਰਸਿਟੀ ਦੇ ਲੋਕ ਚਾਹੁੰਦੇ ਨੇ, ਕਿਉਂਕਿ 150 ਕਰੋੜ ਰੁਪਏ ਦਾ ਯੂਨੀਵਰਸਿਟੀ ਤੇ ਬੈਂਕ ਦਾ ਕਰਜ਼ਾ ਹੈਗਾ, ਲੋਨ ਹੈਗਾ, ਜਿਹੜਾ 2.5-3 ਕਰੋੜ ਰੁਪਇਆ ਇੱਕ ਮਹੀਨੇ ਦਾ ਇੰਟਰਸਟ ਪੈ ਜਾਂਦਾ ਹੈ, ਵਿਆਜ ਪੈ ਜਾਂਦਾ ਹੈ। ਤੇ 30 ਕਰੋੜ ਰੁਪਇਆ ਅਗਰ ਤਨਖਾਹਾਂ ਤੇ ਪਲੱਸ ਇੰਟਰਸਟ ਪਾ ਕੇ ਜਿਹੜਾ ਮਹੀਨੇ ਦਾ ਯੂਨੀਵਰਸਿਟੀ ਦਾ ਅਪਰੋਕਸੀਮੇਟਲੀ 30 ਕਰੋੜ ਹੋਵੇ, 28 ਹੋਵੇ, 29 ਹੋਵੇ, ਇਹ ਲਗਭਗ ਇਹਨਾਂ ਖਰਚਾ ਹੈਗਾ। ਸੋ 200 ਕਰੋੜ ਰੁਪਇਆ ਅਗਰ 30 ਕਰੋੜ ਰੁਪਇਆ ਵੀ ਮਹੀਨੇ ਦੀ ਕਿਸ਼ਤ ਆਏਗੀ ਤਾਂ ਮੇਰਾ ਖਿਆਲ 200 ਕਰੋੜ ਰੁਪਇਆ 6.5 ਮਹੀਨਿਆਂ ਦੇ ਵਿੱਚ ਉਹ ਖਤਮ ਹੋ ਜਾਏਗਾ। ਫਿਰ ਉਹਨਾਂ ਨੂੰ ਫਿਰ ਉਹ 200 ਕਰੋੜ ਦਾ ਇੰਟਰਸਟ, 150 ਕਰੋੜ ਰੁਪਏ ਦਾ ਇੰਟਰਸਟ ਪਿਆ ਕਰੇਗਾ। ਫਿਰ ਲਾਇਬਿਲਿਟੀਜ਼ ਉੱਥੇ ਦੀਆਂ ਉੱਥੇ ਖੜੀਆਂ ਰਹਿਣਗੀਆਂ। ਸੋ ਮੇਰੀ ਸਰਕਾਰ ਨੂੰ ਇਹ ਗੁਜ਼ਾਰਿਸ਼ ਹੈ, ਔਰ ਜੇ ਇਹ ਵੀਡੀਓ ਭਗਵੰਤ ਮਾਨ ਸਾਹਿਬ ਸੁਣ ਲੈਣ ਤਾਂ ਮੈਂ ਉਹਨਾਂ ਨੂੰ ਵੀ ਇਸ ਵੀਡੀਓ ਦੇ ਰਾਹੀਂ ਬੇਨਤੀ ਕਰਾਂਗੇ ਕਿ 200 ਕਰੋੜ ਥੋੜਾ ਹੈਗਾ। ਮੇਰੀ ਬੇਨਤੀ ਹੈ ਕਿ ਇੱਕ ਤਾਂ 150 ਕਰੋੜ ਰੁਪਇਆ ਤੁਸੀਂ ਜਿਹੜਾ ਲਮਸਮ ਇੰਟਰਸਟ ਹੈਗਾ ਉਹ ਪਹਿਲੇ ਹੱਲੇ ਇਸੇ ਮਹੀਨੇ ਅਗਰ ਅਸੀਂ ਉਹਨਾਂ ਨੂੰ ਦੇ ਦਈਏ ਤਾਂ ਉਹ ਵਿਆਜ ਜਿਹੜਾ ਇੰਟਰਸਟ ਪੈਣਾ ਬੰਦ ਹੋ ਜਾਏਗਾ। ਦੂਜੀ ਗੱਲ, ਤੇ 200 ਕਰੋੜ ਰੁਪਇਆ ਮੈਨੂੰ ਲੱਗਦਾ ਘੱਟੋ ਘੱਟ 200-250 ਕਰੋੜ ਰੁਪਇਆ ਸਾਨੂੰ ਇਨੀਸ਼ੀਅਲ ਦੇਣਾ ਚਾਹੀਦਾ। ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ, ਆਹ ਦੇਖੋ ਮੇਰੇ ਕੋਲ ਤੁਹਾਨੂੰ ਦਿਖਾ ਦਿੰਦਾ ਵਾਂ, ਇਹ ਆ ਕੀ ਆ ਜਿਹੜਾ ਅੱਜ ਬਿੱਲ ਆ ਰਿਹਾ ਨਾ, ਇੱਕ
the Punjab State Legislature Members Pension and Medical Facilities Regulation Amendment Bill 2022। ਜੇ ਇਕੱਲਾ ਹੀ ਪੰਜਾਬੀ ਸਦਨ ਚਲਾਉਣਾ ਫਿਰ ਅੰਗਰੇਜ਼ੀ ਦੇ ਇਹਦੀ ਕਾਪੀਆਂ ਕੋਈ ਦਿੰਦੇ ਨੇ ਜੀ। ਹਰ ਚੀਜ਼ ਦੀ, ਸਵਾਲਾਂ ਦੀ, ਬਿੱਲਾਂ ਦੀ, ਜੋ ਵੀ ਅੰਦਰ ਬਿਜ਼ਨਸ ਟ੍ਰਾਂਜੈਕਟ ਹੋਣਾ ਉਹਦੇ 'ਚ ਨਾਲ ਅੰਗਰੇਜ਼ੀ ਦੀ ਕਾਪੀਆਂ ਦਿੱਤੀਆਂ ਜਾ ਰਹੀਆਂ। ਤੋ ਮੈਂ ਵੈਸੇ ਮਜਮੂਈ ਤੌਰ ਤੇ ਮੈਂ ਪੰਜਾਬੀ ਬੋਲਦਾ ਵਾਂ, ਪਰ ਐਵੇਂ ਇੱਕ ਬਹਾਨਾ ਬਣਾ ਲਿਆ। ਗੱਲ ਕੱਲ੍ਹ ਭਗਵੰਤ ਮਾਨ ਇੱਕ ਛੋਟੀ ਜਿਹੀ ਗੱਲ ਕਰ ਰਿਹਾ ਸੀ, ਆਖਿਆ ਜੀ ਲੋਕ ਨਹੀਂ ਕਹਿੰਦਾ, ਲੋਕ ਕਹਿੰਦਾ। ਅੱਜ ਇਹਨਾਂ ਦਾ ਮਿਨਿਸਟਰ ਬੋਲ ਰਿਹਾ ਸੀਗਾ ਹਰਜੋਤ ਬੈਂਸ, ਨੋਟ ਕਰਿਓ, ਉਹਦੀ ਸਪੀਚ ਕੱਢ ਕੇ ਦੇਖ ਲਿਓ। ਉਹਨੇ ਕਹਿਣਾ ਅਸੀਂ ਪੰਜਾਬ ਦਾ ਬੜਾ ਵੱਡਾ ਸੁਪਨਾ ਵਾ ਇੱਕ, ਉਹ ਕਹਿ ਰਿਹਾ ਪੰਜਾਬ ਦਾ ਸੁਪਨਾ ਹੈ, ਹਿੰਦੀ ਵਰਡ ਨਹੀਂਗਾ। ਸੋ ਐਵੇਂ ਇਹ ਬੇਲੋੜੀਆਂ ਗੱਲਾਂ ਨੇ। ਮੈਂ ਜਿੱਥੇ ਬੋਲਣੀ ਹੈ ਅੰਗਰੇਜ਼ੀ ਉੱਥੇ ਅੰਗਰੇਜ਼ੀ ਬੋਲਦਾ ਵਾਂ, ਜਿੱਥੇ ਹਿੰਦੀ ਬੋਲਣੀ ਉੱਥੇ ਹਿੰਦੀ ਬੋਲਦਾ ਵਾਂ, ਜਿੱਥੇ ਪੰਜਾਬੀ ਬੋਲਣੀ ਉੱਥੇ ਪੰਜਾਬੀ। ਗੱਲ ਆ ਗਈ ਐਜੂਕੇਸ਼ਨ ਦੀ, ਇਹ ਟਾਂਚ ਕਰ ਰਹੇ ਸੀ ਬਾਹਰੋਂ ਪੜ੍ਹੇ ਨੇ ਜੀ। ਇੱਥੇ ਮਾਨ ਸਾਹਿਬ ਦੇ ਬੱਚੇ ਕਿੱਥੇ ਪੜ੍ਹਦੇ ਨੇ? USA ਪੜ੍ਹਦੇ ਨੇ, ਰਹਿੰਦੇ ਵੀ ਉੱਥੇ ਨੇ। ਇੱਥੋਂ ਦੇ ਨੌਜਵਾਨਾਂ ਨੂੰ ਕਹਿੰਦੇ ਤੁਸੀਂ ਜਾਇਓ ਨਾ ਉੱਥੇ, ਅਸੀਂ ਤੁਹਾਡੇ ਲਈ ਸਾਧਨ ਪੈਦਾ ਕਰਾਂਗੇ, ਤੇ ਆਪਣੇ ਬੱਚੇ ਪਹਿਲੇ ਸੈੱਟ ਕੀਤੇ ਉੱਥੇ। ਸੋ ਤਾਈਓ ਇਹਦਾ ਇੰਪੈਕਟ ਨਹੀਂ ਹੁੰਦਾ। ਜੋ ਕੱਲ ਉਹਨਾਂ ਨੇ ਕੀਤਾ ਨਾ, ਉਹ ਇੱਕ ਉਹਨਾਂ ਨੇ ਆਪਣੀ ਨਿੱਜੀ ਨਫ਼ਰਤ ਦੀ ਭਾਵਨਾ ਦਿਖਾਈ, ਇਹ ਤੋਂ ਜ਼ਿਆਦਾ ਕੁਝ। ਬੜੇ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਸਰਕਾਰ ਬਣਾਈ। ਪੰਜਾਬ ਦੀ ਜਨਤਾ ਨੇ ਇੱਕ ਬਹੁਤ ਵੱਡਾ ਫਤਵਾ ਦਿੱਤਾ, 92 MLA ਜਿਤਾਏ। ਬੜੀ ਉਮੀਦ ਜਨਤਾ ਨੂੰ ਕਿ ਕੋਈ ਸੁਧਾਰ ਲੈ ਕੇ ਆਉਣਗੇ, ਕਿ ਉਹਨਾਂ ਦੀ ਬਾਹ ਫੜਨਗੇ। ਪਹਿਲੇ 3 ਮਹੀਨੇ 'ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਐਲਾਨ ਕੀਤਾ, ਸਾਰੇ ਕਿਸਾਨਾਂ ਨੂੰ ਬੇਨਤੀ ਕੀਤੀ, ਤੁਸੀਂ ਮੂੰਗ ਦੀ ਫਸਲ ਬੀਜੋ ਤੇ ਮੈਂ ਖਰੀਦੂੰਗਾ, ਮੈਂ MSP ਤੇ ਖਰੀਦੂੰਗਾ। 7275 ਰੁਪਏ MSP ਡਿਕਲੇਅਰ ਕੀਤੀ ਗਈ ਕਿ ਅਸੀਂ ਖਰੀਦਾਂਗੇ। ਵਿਚਾਰੇ ਪੰਜਾਬ ਦੀ ਕਿਸਾਨਾਂ ਨੇ ਇਹਨਾਂ ਦੀ ਗੱਲ 'ਚ ਆ ਕੇ, ਭਗਵੰਤ ਮਾਨ ਦੀ ਗੱਲ 'ਚ ਆ ਕੇ ਮੂੰਗੀ ਬੀਜੀ। ਅੱਜ ਮੈਂ ਜਗਰਾਉਂ ਦੀ ਮੰਡੀ 'ਚ ਹੈ, ਜਿਹੜੀ ਸਭ ਤੋਂ ਵੱਡਾ ਸੈਂਟਰ ਮੂੰਗੀ ਦਾ, ਜਿੱਥੇ ਪੂਰੇ ਸਭ ਤੋਂ ਵੱਧ ਮੂੰਗੀ ਇੱਥੇ ਆਉਂਦੀ ਹੈ, ਵਿਕਦੀ ਹੈ। ਇੱਥੇ ਮੈਂ ਦੱਸਣਾ ਚਾਹਣਾ 1 ਲੱਖ ਕੁਇੰਟਲ, 1 ਲੱਖ ਤੋਂ ਉੱਤੇ ਕੁਇੰਟਲ ਮੂੰਗੀ ਇਸ ਮੰਡੀ 'ਚ ਆਈ ਹੈ। ਆ ਹੁਣੀ 15-20 ਦਿਨਾਂ ਦੇ ਅੰਦਰ ਕੱਲ ਤੱਕ ਦੀ ਰਿਪੋਰਟ ਹੈ। ਕੱਲੀ 2400 ਕੁਇੰਟਲ ਖਰੀਦੀ ਇਹਨਾਂ ਨੇ। ਭਗਵੰਤ ਮਾਨ ਜੀ ਤੁਹਾਡੀ ਗਾਰੰਟੀ ਦਿੱਤੀ ਕਿ ਤੁਸੀਂ 7275 ਤੇ ਖਰੀਦੋਗੇ। 1 ਲੱਖ ਕੁਇੰਟਲ ਵਿੱਚੋਂ ਕੱਲੀ 2400 ਕੁਇੰਟਲ ਤੁਸੀਂ ਖਰੀਦੀ ਹੈ ਪੰਜਾਬ ਸਰਕਾਰ ਨੇ, ਉਹ ਵੀ ਨਖਰੇ ਕਰਕੇ, ਲੋਕਾਂ ਨੂੰ ਦੁਖੀ ਕਰਕੇ। ਬਾਕੀ ਸਾਰੀ ਮੂੰਗੀ ਪ੍ਰਾਈਵੇਟ ਪਲੇਅਰਾਂ ਨੇ ਖਰੀਦੀ ਹੈ 2-2 ਹਜ਼ਾਰ ਰੁਪਇਆ ਘੱਟ। ਐਡਾ ਵੱਡਾ ਧੋਖਾ ਪੰਜਾਬ ਦੀ ਸਰਕਾਰ ਨੂੰ। ਮੈਂ ਕਹਿਣਾ ਚਾਹੁੰਦਾ ਸਭ ਤੋਂ ਵੱਡਾ ਝੂਠਾ ਇਨਸਾਨ ਭਗਵੰਤ ਮਾਨ ਹੈ। ਆਪਣੇ ਮੁੱਖ ਮੰਤਰੀ ਦੇ ਘਰੋਂ ਨਿਕਲਦੇ ਨਹੀਂ, ਉਹਨੂੰ ਪਤਾ ਹੀ ਨਹੀਂ ਕਿ ਹੋ ਕੀ ਰਿਹਾ। ਮੁੱਖ ਮੰਤਰੀ ਜੀ ਆਪ ਤੁਸੀਂ ਆ ਕੇ ਦੇਖੋ ਜਗਰਾਉਂ ਮੰਡੀ, ਜਿੱਥੇ ਤੁਸੀਂ ਬਹੁਤ ਰੋਜ਼ ਅਖਬਾਰਾਂ ਇਸ਼ਤਿਹਾਰ ਦਿੱਤੇ, ਕੰਨਾਂ ਤੇ ਮੈਂ ਪਿੰਡਾਂ ਜਾ ਕੇ ਦੇਖਿਆ ਇਸ਼ਤਿਹਾਰ ਦਿੱਤੇ ਆ ਕਿ ਮੂੰਗ ਦੀ ਫਸਲ ਬੀਜੋ, ਅਸੀਂ 7275 ਰੁਪਏ ਤੇ ਮੂੰਗੀ ਖਰੀਦਾਂਗੇ। ਪਿੰਡ ਮੈਨੂੰ ਲੱਗਦਾ ਰਿਕਾਰਡ ਕਿਸਾਨਾਂ ਨੇ ਮੁੱਖ ਮੰਤਰੀ ਦੀ ਆਵਾਜ਼ ਤੇ ਮੂੰਗੀ ਲਾ ਦੀ। ਤੇ ਅੱਜ ਉਹਨਾਂ ਦਾ ਫਰਜ਼ ਸੀ ਕਿਸਾਨਾਂ ਦੀ ਬਾਹ ਫੜਨਾ। ਬਾਹ ਕੀ ਫੜਨੀ, ਵਿਚਾਰੇ ਰੁਲ ਰਹੇ ਹੈ। मंडी जाके किसान परेशान भी बहुत हो रहे हैं जी। ਤੁਸੀਂ ਪਰੇਸ਼ਾਨ ਕੀ ਹੋ ਰਿਹਾ ਹੈ? 10-10 ਦਿਨ 15-15 ਦਿਨ ਬਾਰ-ਬਾਰ ਫਿਰ ਕੰਡੀਸ਼ਨਲ ਆਉਂਦੇ ਆ, ਪਟਵਾਰੀ ਤੋਂ ਫਰਦ ਲੈ ਕੇ ਆਓ, ਤੁਸੀਂ ਇਕੱਲੇ 5 ਇੰਨੇ ਕੁਇੰਟਲ ਅਸੀਂ ਖਰੀਦ ਸਕਦੇ ਹਾਂ, ਬਾਕੀ ਨਹੀਂ ਖਰੀਦ ਸਕਦੇ। ਜੇ ਤੁਸੀਂ ਨਹੀਂ ਖਰੀਦ ਸਕਦੇ ਸੀ ਤੇ ਫਿਰ ਲੋਕਾਂ ਨੂੰ ਤੁਸੀਂ ਝੂਠ ਕੇ ਬੋਲਿਆ। आरती वर्ग भी इतना बहुत परेशान हुआ है। ਮੈਂ ਅੱਜ ਸਮੁੱਚੀ ਅੱਜ ਸੈਸ਼ਨ ਚੱਲ ਰਿਹਾ ਪੰਜਾਬ ਦਾ ਅਸੈਂਬਲੀ ਦਾ। ਇਸ ਸੈਸ਼ਨ ਦੇ ਵਿੱਚ ਵੀ ਤੇ ਮੈਂ ਸਾਰੀਆਂ ਆਪੋਜੀਸ਼ਨ ਪਾਰਟੀਆਂ ਨੂੰ ਬੇਨਤੀ ਕਰਦਾ, ਆ ਮਸਲਾ ਮੂੰਗੀ ਦਾ ਬੜਾ ਅਹਿਮ ਮਸਲਾ ਹੈ। ਪੰਜਾਬ ਦੇ ਕਿਸਾਨ ਨਾਲ ਆਮ ਆਦਮੀ ਪਾਰਟੀ ਸਰਕਾਰ ਨੇ ਬਹੁਤ ਵੱਡਾ ਧੋਖਾ ਦਿੱਤਾ ਹੈ। ਉਹਦੇ ਪਿੱਠ ਤੇ ਛੁਰਾ ਮਾਰਿਆ, ਵਿਚਾਰੇ ਕਿਸਾਨ ਨੂੰ ਰੋਲ ਦਿੱਤਾ ਹੈ। ਤੇ ਇਸ ਕਰਕੇ ਸਾਰੇ ਉਹਨਾਂ ਨੂੰ ਅਸੈਂਬਲੀ ਵਿੱਚ ਉਹਨਾਂ ਰੌਲਾ ਪਾਉਣਾ ਚਾਹੀਦਾ, ਕੁਐਸਚਨ ਪੁੱਛਣਾ ਚਾਹੀਦਾ ਹੈ ਕਿ ਭਗਵੰਤ ਮਾਨ ਸਾਹਿਬ, ਤੁਸੀਂ ਥੋੜੀ ਜ਼ਬਾਨ ਦੀ ਕੀ ਵੈਲਿਊ ਹੈ?